ਪਹਿਰੇ ਦੇ ਵਿੱਚੋਂ ਸੀਸ ਚੁੱਕਣਾ ਗੁਰਮਖੋ ਕੋਈ ਮਜ਼ਾਕ ਨਹੀਂ ਸੀ, ਬੜਾ ਖਤਰਨਾਕ ਕੰਮ ਸੀ। ਇਸ ਕਰਕੇ ਭਾਈ ਜੈਤਾ ਆਪਣੇ ਘਰ ਜਾਂਦਾ ਕੂਚਾ ਦਿਲ ਵਾਲੀ। ਬਹੁਤ ਇਤਿਹਾਸਕਾਰਾਂ ਨੇ ਇਹ ਗੱਲ ਨੋਟ ਕੀਤੀ ਹੈ। ਉਹ ਕਹਿੰਦੇ ਨੇ ਉਹਦੇ ਪਿਤਾ ਦਾ ਨਾਮ ਸੀ ਭਾਈ ਜੈਤਾ ਜੀ ਦੇ ਭਾਈ ਸਦਾਨੰਦ ਜੀ, ਗੁਰੂ ਕਾ ਸਿੱਖ ਸੀ ਭਾਈ ਸਦਾਨੰਦ। ਜਾ ਕੇ ਬਾਪ ਨੂੰ ਗੱਲ ਦੱਸੀ, ਪਿਤਾ ਜੀ ਇੰਜ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਨੂੰ ਇੰਜ ਟੰਗ ਦੇਣਾ ਹੈ, ਇੰਜ ਰੋਲਣਾ ਹੈ, ਹਕੂਮਤ ਸਕੀਮ ਬਣਾ ਕੇ ਬੈਠੀ ਹੈ, ਮੈਂ ਸੇਵਾ ਲੈ ਲਈਏ, ਸੰਭਾਲਾਂਗਾ ਸੀਸ, ਕਿਰਪਾ ਕਰੋ ਦੱਸੋ। ਤੇ ਇੱਕਦਮ ਭਾਈ ਸਦਾਨੰਦ ਨੇ ਇਹ ਗੱਲ ਕਹੀ, ਕਹਿਣ ਲੱਗੇ ਜੈਤਿਆ ਪਹਿਰਾ ਬਹੁਤ ਹੋਣਾ ਹੈ, ਇੰਜ ਸੀਸ ਚੱਕ ਕੇ ਤੂੰ ਦੂਰ ਨਹੀਂ ਪੜ ਸਕੇਗਾ, ਪਰ ਹਾਂ ਜੇ ਦੁਸ਼ਮਣ ਨੂੰ ਭੁਲੇਖਾ ਦਿੱਤਾ ਜਾਏ, ਭੁਲੇਖਾ ਦਿੱਤਾ ਜਾਏ, ਜੇ ਗੁਰੂ ਸਾਹਿਬ ਦੇ ਸੀਸ ਦੀ ਥਾਂ ਦੇ ਉੱਪਰ ਕੋਈ ਦੂਸਰਾ ਸੀਸ ਰੱਖ ਦਿੱਤਾ ਜਾਏ ਤੇ ਜਣ ਤੱਕ ਦੁਸ਼ਮਣ ਨੂੰ ਇਹ ਪਹਿਚਾਣ ਹੋਵੇਗੀ ਕਿ ਕਿਹੜਾ ਸੀਸ ਸੀ, ਕਿੱਧਰ ਗਿਆ, ਉਦੋਂ ਤੱਕ ਤੂੰ ਦੂਰ ਤੱਕ ਨਿਕਲ ਜਾਈਂ। ਇਸ ਕਰਕੇ ਜਦੋਂ ਗੁਰੂ ਸਾਹਿਬ ਦਾ ਸੀਸ ਧਰਤੀ ਤੇ ਉੱਤੇ ਡਿੱਗੇ, ਉਹਦੀ ਥਾਂ ਦੇ ਉੱਤੇ ਕੋਈ ਦੂਸਰਾ ਸੀਸ ਰੱਖ ਦਿੱਤਾ ਜਾਏ। ਰੱਖਣ ਤੋਂ ਬਾਅਦ ਲੱਖੀ ਸ਼ਾਹ ਵਣਜਾਰੇ ਨੇ ਇਧਰੋਂ ਮੱਝਾਂ ਗਾਵਾਂ ਨੂੰ ਭਜਾ ਦੇਣਾ, ਧੂੜ ਮਿੱਟੀ ਚਾਰੇ ਪਾਸੇ ਚੜ ਜਾਣੀ ਹੈ। ਤੇ ਜਦੋਂ ਤੱਕ ਦੁਸ਼ਮਣ ਨੂੰ ਇਹ ਪਹਿਚਾਣ ਆਏਗੀ ਕਿ ਸੀਸ ਗੁਰੂ ਤੇਗ ਬਹਾਦਰ ਦਾ ਨਹੀਂ ਕਿਸੇ ਹੋਰ ਸਿੱਖ ਦਾ ਡਿੱਗਿਆ ਪਿਆ, ਉਦੋਂ ਤੱਕ ਤੂੰ ਕਹਿਣ ਲੱਗੀ ਦੂਰ ਤੱਕ ਨਿਕਲ ਸਕਦਾ ਹੈ। ਹੁਣ ਇਹ ਸਕੀਮ ਤਾਂ ਬਣਾ ਲਈ ਗਈ ਜੀ, ਪਰ ਹੁਣ ਸਵਾਲ ਖੜਾ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦੇ ਥਾਂ ਦੇ ਉੱਪਰ ਸੀਸ ਰੱਖਣਾ ਕਿਸ ਦਾ ਹੈ। ਉੱਥੇ ਪਰ ਭਾਈ ਸਦਾਨੰਦ ਉਹ ਕਹਿੰਦਾ ਪਿਆ ਜੈਤਿਆ ਮੇਰਾ ਸੀਸ ਗੁਰੂ ਸੀਸ ਦੀ ਥਾਂ ਦੇ ਉੱਤੇ ਲਾ ਦੇ। ਤੇ ਭਾਈ ਜੈਤਾ ਕਹਿੰਦਾ ਪਿਤਾ ਜੀ ਮੇਰਾ ਸੀਸ ਲਾ ਦਿਓ। ਇਤਿਹਾਸ ਦਾ ਜ਼ਿਕਰ ਹੈ ਕਿ ਉੱਥੇ ਫੈਸਲਾ ਇਹ ਹੋਇਆ ਕਿ ਭਾਈ ਸਰੰਦ ਬਜ਼ੁਰਗ ਨੇ, ਇਸ ਕਰਕੇ ਭਾਈ ਜੈਤਾ ਜਵਾਨ ਹੈ, ਉਹ ਸੀਸ ਲੈ ਕੇ ਤੇਜ਼ੀ ਦੇ ਨਾਲ ਦਿੱਲੀ ਤੋਂ ਬਾਹਰ ਨਿਕਲ ਸਕਦਾ, ਪਰ ਪਿਤਾ ਜੀ ਬਜ਼ੁਰਗ ਸਨ। ਇਸ ਕਰਕੇ ਸੀਸ ਰੱਖਿਆ ਜਾਏ ਪਿਤਾ ਦਾ। ਕਹਿਣ ਲੱਗੇ ਪਿਤਾ ਜੀ ਨੂੰ ਸ਼ਹੀਦ ਕੀਤਾ ਗਿਆ। ਹੁਣ ਉਹ ਵੱਖੋ ਵੱਖਰੀਆਂ ਕਹਾਣੀਆਂ ਨੇ, ਕਿੱਦਾਂ ਸ਼ਹੀਦ ਹੋਏ ਜੀ, ਕਿੱਦਾਂ ਸੀਸ ਵੱਢਿਆ ਗਿਆ। ਕਹਿਣ ਲੱਗੇ ਭਾਈ ਜੈਤਾ ਦੇ ਪਿਤਾ ਜੀ ਸ਼ਹੀਦ ਹੋਏ, ਆਪਣਾ ਸੀਸ ਉਤਾਰਿਆ ਉਹਨਾਂ। ਜੋ ਸੀਸ ਹੋਇਆ, ਭਾਈ ਜੈਤੇ ਨੇ ਆਪਣੇ ਬਾਪ ਦਾ ਸੀਸ ਕੱਪੜੇ 'ਚ ਲਪੇਟ ਲਿਆ। ਐਵੇਂ ਥੋੜਾ ਗੁਰਮਖੋਂ ਨੂੰ ਗੁਰੂ ਕਾ ਬੇਟਾ ਹੋਣ ਦਾ ਮਾਣ ਮਿਲਿਆ। ਉਹਨੇ ਆਪਣੇ ਪਿਤਾ ਨੂੰ ਵਾਰ ਕੇ ਗੁਰੂ ਤੇਗ ਬਹਾਦਰ ਨੂੰ ਪਿਤਾ ਬਣਾਇਆ ਸੀ, ਆਪਣਾ ਪਿਤਾ ਸ਼ਹੀਦ ਕਰਵਾਇਆ ਜੀ ਉਹਨੇ, ਤਾਂ ਪਿਤਾ ਦਾ ਸੀਸ ਸੰਭਾਲਿਆ। ਆਪਣੇ ਬਾਪ ਦੇ ਸੀਸ ਨੂੰ ਭਾਈ ਜੈਤੇ ਨੇ ਇੰਜ ਕੱਪੜੇ 'ਚ ਲਪੇਟ ਲਿਆ। ਕੱਪੜੇ ਲਪੇਟ ਕਹਿੰਦਾ ਹੈ ਕੱਲ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਕੱਟਿਆ ਜਾਏਗਾ, ਮੈਂ ਉੱਥੇ ਲੈ ਕੇ ਜਾਵਾਂਗਾ। ਗੁਰਮੁਖੋ ਦੂਸਰਾ ਦਿਨ ਚੜ੍ਹਦਾ ਹੈ, ਸਾਰੇ ਦਿੱਲੀ ਵਿੱਚ ਐਲਾਨ ਕੀਤਾ, ਘਰ ਘਰ ਦਾ ਬੰਦਾ ਪਹੁੰਚੇ। ਕਹਿਣ ਲੱਗੇ ਦੁਪਹਿਰ ਤੋਂ ਬਾਅਦ ਸਿੱਖਾਂ ਦੇ ਗੁਰੂ ਹਿੰਦੂਆਂ ਦੇ ਰੱਖਿਅਕ ਨੂੰ ਕਤਲ ਕੀਤਾ ਜਾਣਾ ਹੈ। ਦੁਪਹਿਰ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦਾ ਪਿੰਜਰਾ ਸੀ ਜਿਹੜਾ, ਉਹ ਬਾਹਰ ਕੱਢਿਆ ਗਿਆ ਜੀ। ਚਾਂਦਨੀ ਚੌਂਕ ਲਿਆ ਕੇ ਰੱਖਿਆ ਗਿਆ ਪਿੰਜਰਾ। ਸਤਿਗੁਰੂ ਪਾਤਸ਼ਾਹ ਨੂੰ ਸਤਿਗੁਰੂ ਪਾਤਸ਼ਾਹ ਕੋਈ ਅਖੀਰਲੀ ਇੱਛਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ਼ਨਾਨ ਕਰਨਾ ਹੈ, ਤੁਸੀਂ ਅੱਜ ਸ਼ੀਸ਼ਗੰਜ ਜਾਵੋ, ਦਰਬਾਰ ਸਾਹਿਬ ਥੱਲੜੇ ਪਾਸੇ ਖੂਹ ਬਣਿਆ ਹੋਇਆ ਹੈ, ਉਸ ਖੂਹ ਦੇ ਉੱਪਰ ਅੱਜ ਕਈ ਦਿਨਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ਼ਨਾਨ ਕੀਤਾ। ਕੱਪੜੇ ਪਾਏ, ਕੱਪੜੇ ਪਾ ਕੇ ਸਤਿਗੁਰੂ ਚੌਂਕੜਾ ਮਾਰ ਕੇ ਬੈਠ ਗਏ। ਚੌਂਕੜਾ ਮਾਰ ਕੇ ਬੈਠੇ, ਫਿਰ ਉੱਥੇ ਕਾਜੀ ਆਉਂਦਾ, ਉੱਥੇ ਦਰੋਗਾ ਆਉਂਦਾ, ਕੋਤਵਾਲ ਆਇਆ, ਉੱਥੇ ਜ਼ਲਾਦ ਆਇਆ। ਸਾਰਿਆਂ ਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੂੰ ਕਿਹਾ। ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਦੇਖੋ ਸਿੱਖਾਂ ਨੂੰ ਨਾਸ਼ ਕਰ ਦਿੱਤਾ ਹੈ, ਤੁਹਾਡਾ ਕਤਲ ਕਰ ਦੇਣਾ ਹੈ, ਅਜੇ ਵੀ ਤੁਹਾਡੇ ਕੋਲੇ ਅਖੀਰਲਾ ਮੌਕਾ ਇਸਲਾਮ ਕਬੂਲ ਕਰ ਲਵੋ। ਸਤਿਗੁਰੂ ਕਹਿਣ ਲੱਗੇ ਅਸੀਂ ਫੈਸਲਾ ਸੁਣਾ ਚੁੱਕੇ ਹਾਂ ਕਿ ਸੀਸ ਲੱਗਣਾ ਪ੍ਰਵਾਨ ਹੈ, ਪਰ ਧਰਮ ਤਿਆਗਣਾ ਪ੍ਰਵਾਨ ਨਹੀਂ। ਸਤਿਗੁਰੂ ਪਾਤਸ਼ਾਹ ਤੁਸੀਂ ਦੱਸੋ ਕਿ ਹੋਰ ਕੋਈ। ਸਤਿਗੁਰੂ ਪਾਤਸ਼ਾਹ ਕਹਿੰਦੇ ਕੁਝ ਵੀ ਨਹੀਂ। ਗੁਰਮੁਖੋ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਸੀਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਹੈ। ਸਤਿਗੁਰੂ ਚੌਂਕੜਾ ਮਾਰ ਕੇ ਬਿਲਕੁਲ ਚਾਂਦਨੀ ਚੌਂਕ ਦੇ ਵਿਚਕਾਰ ਬੈਠ ਗਏ ਨੇ। ਇੱਥੇ ਕੁਝ ਵਿਦਵਾਨ ਸੱਜਣ ਨੇ, ਉਹਨਾਂ ਨੇ ਆਪੋ ਆਪਣੀ ਇੱਕ ਉਡਾਰੀ ਮਾਰੀ ਏ, ਪਰ ਗੁਰਮੁਖੋ ਉਹ ਬਿਲਕੁਲ ਢੁਕਦੀ ਹੈ ਪਾਤਸ਼ਾਹ ਦੀ ਸ਼ਹੀਦੀ ਦੇ ਉੱਪਰ। ਕਹਿਣ ਲੱਗੇ ਉਸੇ ਸਮੇਂ ਕਾਜ਼ੀ ਨੇ ਕਿਹਾ, ਕਾਜੀ ਕਹਿਣ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਪਾਤਸ਼ਾਹ ਮੈਂ ਖਾਨਦਾਨੀ ਕਾਜ਼ੀ ਹਾਂ, ਫਤਵੇ ਬੜੇ ਸੁਣਾਏ ਨੇ, ਮੇਰਾ ਦਾਦਾ ਕਾਜੀ ਸੀ, ਮੇਰਾ ਪਿਓ ਕਾਜੀ, ਮੈਂ ਕਾਜੀ, ਮੇਰੇ ਪੁੱਤਰ ਪੋਤਰਿਆਂ ਨੇ ਵੀ ਕਾਜੀ ਬਣਨਾ, ਕਿਉਂਕਿ ਅਸੀਂ
ਜਿਹੜੇ ਸਰਕਾਰ ਦੇ ਕਾਜ਼ੀ ਹੁੰਨੇ ਆ, ਸਾਡਾ ਜ਼ੋਰ ਚੱਲਦਾ ਹੈ। ਜਿਹੜਾ ਦਰੋਗਾ ਸੀ ਉਹ ਕਹਿਣ ਲੱਗਾ ਮੈਂ ਖਾਨਦਾਨੀ ਦਰੋਗਾ ਹਾਂ। ਜਲਾਦ ਸੀ ਗੁਰਮਖੋ ਜਲਾਲੂਦੀਨ। ਦੇਖੋ ਬਾਬਾ ਬੰਦਾ ਸਿੰਘ ਬਹਾਦਰ ਆਏ ਸੰਨ ਜਿੱਤੀ ਜੀ, ਉਹਨਾਂ ਨੇ ਸਮਾਣੇ ਨੂੰ ਢਹਿ ਢੇਰੀ ਕੀਤਾ। ਉਹਦਾ ਕਾਰਨ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਉਹਨਾਂ ਨੂੰ ਕਤਲ ਕਰਨ ਵਾਲੇ ਜਲਾਦ ਸੀ ਸ਼ਾਸਲ ਬੇਗ ਤੇ ਬਾਸ਼ਲ ਬੇਗ। ਉਹਨਾਂ ਨੇ ਉਹ ਸਮਾਣੇ ਦੇ ਰਹਿਣ ਵਾਲੇ ਸਨ ਤੇ ਸਮਾਣੇ ਦੇ ਰਹਿਣ ਵਾਲੇ ਸਨ। ਉਸੇ ਤਰ੍ਹਾਂ ਜਿਹੜਾ ਇਹ ਸ਼ਾਸਲ ਬੇਗ ਤੇ ਬਾਸ਼ਲ ਬੇਗ ਸੀ, ਇਹਦਾ ਦਾਦਾ ਸੀ ਜਲਾਲੂਦੀਨ। ਪੋਤਿਆਂ ਦੇ ਨਾਲ ਤੇ ਦਾਦੇ ਦੀ ਦਾਦੇ ਦੇ ਨਾਲ ਜੰਗ ਹੋਈ। ਕਹਿਣ ਲੱਗੇ, ਉਹਨਾਂ ਕਿਹਾ, ਕਹਿਣ ਲੱਗੇ ਦੇਖੋ ਮੈਂ ਖਾਨਦਾਨੀ ਜਲਾਦ ਹਾਂ, ਮੇਰਾ ਦਾਦਾ ਜਲਾਦ, ਮੇਰਾ ਪਿਓ ਜਲਾਦ, ਮੈਂ ਜਲਾਦ, ਮੇਰੇ ਪੁੱਤ ਪੋਤਰਿਆਂ ਨੇ ਜਲਾਦ ਹੋਣਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਮਲਾਪ ਬੜਾ ਵਧੀਆ ਹੈ, ਕਾਜੀ ਤੂੰ ਖਾਨਦਾਨੀ ਕਾਜੀ, ਦੇਖ ਦਰੋਗੇ ਤੂੰ ਖਾਨਦਾਨੀ ਦਰੋਗਾ, ਤੂੰ ਖਾਨਦਾਨੀ ਜਲਾਦ। ਤੇ ਗੁਰੂ ਤੇਗ ਬਹਾਦਰ ਕਹਿਣ ਲੱਗੇ ਮੈਂ ਖਾਨਦਾਨੀ ਸ਼ਹੀਦ ਹਾਂ। ਕਹਿਣ ਲੱਗੇ ਦੇਖੋ ਸਾਡਾ ਦਾਦਾ ਗੁਰੂ ਅਰਜਨ ਸਾਹਿਬ ਸ਼ਹੀਦ, ਮੈਂ ਸ਼ਹੀਦ, ਤੇ ਅੱਗੇ ਮੇਰੇ ਪੁੱਤ ਤੇ ਪੋਤਰਿਆਂ ਨੇ ਵੀ ਸ਼ਹੀਦ ਹੋਣਾ ਹੈ। ਪਰ ਕਹਿਣ ਲੱਗੇ ਐ ਜਲਾਲੂਦੀਨ ਯਾਦ ਰੱਖੀ, ਕਾਜੀਆਂ ਤੇਰਾ ਵੰਸ਼ ਵੀ ਖਤਮ ਹੋ ਜਾਏਗਾ, ਆ ਦਰੋਗਾ ਤੇਰਾ ਵੀ ਵੰਸ਼ ਖਤਮ ਹੋ ਜਾਣਾ ਹੈ। ਪਰ ਚੇਤਾ ਰੱਖੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿਣ ਲੱਗੇ ਸੀ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਆ, ਸਾਡੇ ਪਰਿਵਾਰ ਦੀਆਂ ਸ਼ਹੀਦੀਆਂ ਜ਼ਰੂਰ ਹੋਣਗੀਆਂ, ਪਰ ਜਿਹੜੀ ਥਾਂ ਦੇ ਸਾਡਾ ਖੂਨ ਡਿੱਗਦਾ ਪਿਆ ਕਦੇ ਨਿਸ਼ਾਨ ਸਾਹਿਬ ਝੂਲਿਆ ਕਰਨਗੇ। ਕਹਿਣ ਲੱਗੇ ਇਹ ਸ਼ਹੀਦਾਂ ਦੀ ਕਦੇ ਇਹ ਸ਼ਹੀਦਾਂ ਦਾ ਪਰਿਵਾਰ ਖਤਮ ਨਹੀਂ ਹੋ ਸਕਦਾ। ਉੱਥੇ ਗੁਰਮੁਖੋ ਰੋਪੜ ਦੇ ਕਵੀ ਹੋਏ ਨੇ ਗੁੰਚਾ ਜੀ, ਉਹਨਾਂ ਨੇ ਇੱਕ ਜ਼ਿਕਰ ਕੀਤਾ ਬੜਾ ਪਿਆਰਾ। ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ ਹੁਕਮ ਹੋਇਆ ਸੀ ਕਿ ਤੇਗ ਦੇ ਨਾਲ ਸ਼ਹੀਦ ਕੀਤਾ ਜਾਏ, ਕਤਲ ਕੀਤਾ, ਤੇਗ ਚਲਾ ਕੇ ਸੀਸ ਕੱਟਿਆ ਜਾਏ ਜੀ। ਗੁਰੂ ਤੇਗ ਬਹਾਦਰ ਚੌਂਕੜੀ ਮਾਰ ਕੇ ਬੈਠੇ ਤੇ ਜਲਾਦ ਜਲਾਲੂਦੀਨ ਤੇਗ ਤਲਵਾਰ ਤਿੱਖੀ ਕਰਦਾ ਪਿਆ ਹੈ, ਉਹ ਪੱਥਰ ਦੇ ਉੱਤੇ ਘਸਾਉਂਦਾ ਪਿਆ ਜੀ ਤਲਵਾਰ ਤਿੱਖੀ ਕਰਕੇ, ਨਾਲ ਤਲਵਾਰ ਘਸਾਉਂਦਾ ਪਿਆ ਤੇ ਨਾਲ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਮੈਂ ਖਾਨਦਾਨੀ ਜਲਾਦ, ਮੇਰੇ ਹੱਥ ਨਹੀਂ ਕੰਬਦੇ। ਪਾਤਸ਼ਾਹ ਕਹਿਣ ਲੱਗੇ ਦੇਖ ਤੂੰ ਮੈਨੂੰ ਕੀ ਡਰਾਣਾ ਪਿਆਂਗਾ। ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਦੇਖੋ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਜਲਾਲੂਦੀਨ ਇਹ ਗੱਲ ਚੇਤਾ ਰੱਖੀ ਤੂੰ ਖਾਨਦਾਨੀ ਜਲਾਦ ਹੈ, ਮੈਂ ਖਾਨਦਾਨੀ ਸ਼ਹੀਦ ਹਾਂ, ਮੈਂ ਖਾਨਦਾਨੀ ਤੇਗ ਚਲਾਉਣ ਵਾਲਾ ਵਾਂ। ਕਹਿਣ ਲੱਗੇ ਗੁਰੂ ਤੇਗ ਬਹਾਦਰ ਕਹਿਣ ਲੱਗੇ ਜਿਸ ਦਿਨ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮੇਰਾ ਜਨਮ ਹੋਇਆ, ਪਿਤਾ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਪਾਤਸ਼ਾਹ ਮੈਨੂੰ ਚੁੱਕ ਕੇ ਗੋਦ ਵਿੱਚ ਲੈਂਦੇ ਨੇ, ਉਸ ਦਿਨ ਕਹਿਣ ਲੱਗੇ ਮੇਰੇ ਪਿਤਾ ਗੁਰੂ ਹਰਗੋਬਿੰਦ ਨੇ 2 ਤੇਗਾਂ ਪਹਿਨੀਆਂ ਹੋਈਆਂ ਸਨ। ਕਹਿਣ ਲੱਗੇ ਪਿਤਾ ਨੇ ਪਹਿਲੀ ਵਾਰ ਚੁੱਕਿਆ ਤੇ ਪਿਤਾ ਗੁਰੂ ਹਰਗੋਬਿੰਦ ਨੇ 2 ਤੇਗਾਂ ਪਹਿਨੀਆਂ ਸਨ। ਮੈਂ ਕਰਤਾਰਪੁਰ ਦੀ ਧਰਤੀ ਤੇ ਆਇਆ, ਕਹਿਣ ਲੱਗੇ ਮੈਂ ਤਲਵਾਰ ਚਲਾਈ ਤੇ ਮੇਰੇ ਪਿਤਾ ਨੇ ਤਿਆਗਮਲ ਤੋਂ ਮੈਨੂੰ ਤੇਗ ਬਹਾਦਰ ਬਣਾ ਦਿੱਤਾ। ਮੇਰੇ ਪਿਤਾ ਨੇ 20 ਤੇਗਾਂ ਚਲਾਈਆਂ, ਮੈਂ ਤੇਗਾਂ ਚਲਾਈਆਂ, ਅੱਜ ਮੈਂ ਤੇਗ ਖਾਣੀ ਏ। ਆਉਣ ਤੋਂ ਕਹਿਣ ਲੱਗੇ ਇਸ ਤੋਂ ਬਾਅਦ ਮੇਰੇ ਪੁੱਤਰ ਨੇ ਤੇਗਾਂ ਵਾਉਣੀਆਂ ਨੇ। ਤੇ ਕਹਿਣ ਲੱਗੇ ਇਹ ਗੱਲ ਯਾਦ ਰੱਖੀ ਕਿ ਜਿਹੜੀਆਂ ਤੇਗਾਂ ਵਾਉਣ ਚਲਾਉਣ ਤੁਸੀਂ ਖਤਮ ਹੋ ਜਾਣਾ, ਪਰ ਕਹਿਣ ਲੱਗੇ ਸਾਡੀਆਂ ਤੇਗਾਂ ਵੀ ਚੱਲਦੀਆਂ ਰਹਿਣਗੀਆਂ ਤੇ ਮੇਰੇ ਤੋਂ ਬਾਅਦ ਜਿਹੜੀਆਂ ਤੇਗਾਂ ਮੇਰੇ ਪੁੱਤਰ ਨੇ ਚਲਾਉਣੀਆਂ ਨੇ ਉਹਨਾਂ ਅੱਗੇ ਦੁਨੀਆ ਦੇ ਤਖਤ ਝੁਕਿਆ ਕਰਨਗੇ। ਉਹਨਾਂ ਬਚਨ ਕਿਹਾ ਜੀ, ਉਹ ਕਵੀ ਲਿਖਦਾ ਹੈ, ਕਹਿਣ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, 1-2 ਨਹੀਂ ਪਰਖ ਲੈ 100 ਤੇਗਾਂ, ਮੈਨੂੰ ਲਕਬ ਹੈ ਤੇਗ ਬਹਾਦਰੀ ਦਾ, ਮੇਰੇ ਸਾਹਵੇਂ ਨਹੀਂ ਸਕਦੀਆਂ ਹੋ ਤੇਗਾਂ, ਮੈਂ ਜੰਮਦਿਆਂ ਤੇਗਾਂ ਦੀ ਸ਼ਾਹ ਮਾਣੀ, ਮੇਰੇ ਬਾਪੂ ਨੇ ਪਹਿਨੀਆਂ 2 ਤੇਗਾਂ, ਹੁਣ ਆਉਂਦੇ ਵੇਖੀ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾਂ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤੇਗਾਂ ਵਾਉਣੀਆਂ ਨੇ। ਕਹਿਣ ਲੱਗੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, 1-2 ਨਹੀਂ ਪਰਖ ਲੈ 100 ਤੇਗਾਂ, ਮੈਨੂੰ ਲਕਬ ਹੈ ਤੇਗ ਬਹਾਦਰੀ ਦਾ, ਮੇਰੇ ਸਾਹਵੇਂ ਨਹੀਂ ਸਕਦੀਆਂ ਹੋ ਤੇਗਾਂ, ਮੈਂ ਜੰਮਦਿਆਂ ਤੇਗਾਂ ਦੀ ਸ਼ਾਹ ਮਾਣੀ, ਮੇਰੇ ਬਾਪੂ ਨੇ ਪਹਿਨੀਆਂ 2 ਤੇਗਾਂ, ਹੁਣ ਆਉਂਦੇ ਵੇਖੀ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾਂ, ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਏਗੀ ਤੇਰੀਆਂ ਖੋ ਤੇਗਾਂ। ਜਦੋਂ ਇਹਨਾਂ ਬਚਨ ਕਿਹਾ, ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਚੌਂਕੜਾ ਮਾਰਦੇ ਨੇ। ਜਪਜੀ ਸਾਹਿਬ ਦੀ ਬਾਣੀ ਲੱਗਣ ਕੋ ਪਾਠ ਆਰੰਭ ਹੁੰਦਾ ਹੈ। ਜਪਜੀ ਸਾਹਿਬ ਦੀ ਬਾਣੀ ਦਾ ਪਾਠ ਆਰੰਭ ਹੋਇਆ, ਜਲਾਦ ਤੇਗ ਤਿੱਖੀ ਤਲਵਾਰ ਕਰਦਾ ਪਿਆ ਹੈ। ਜਦੋਂ ਇੱਕਦਮ ਸਤਿਗੁਰੂ ਪਾਤਸ਼ਾਹ ਜਤ ਪਹਾਰਾ
ਧੀਰਜ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਓ ਖੱਲਾ ਅਗਣ ਤਪ ਤਾਓ ਭਾਂਡਾ ਪਾਓ ਅੰਮ੍ਰਿਤ ਤਿਤ ਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ। ਸ਼ਲੋਕ ਸ਼ੁਰੂ ਹੋਇਆ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕੇ ਨੇੜੇ ਕੇ ਦੂਰ ਕਿਹਾ ਇੱਕਦਮ ਜਲਾਲੂਦੀਨ ਨੇ ਜਿਹੜਾ ਉਹ ਇੱਕਦਮ ਤੇਗ ਉੱਪਰ ਨੂੰ ਚੁੱਕਦਾ ਹੈ ਤੇ ਗੁਰੂ ਤੇਗ ਬਹਾਦਰ ਕਹਿੰਦੇ ਨੇ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਕੇਤੀ ਛੁੱਟੀ ਨਾਲ ਕਹਿਣ ਦੀ ਦੇਰ ਸੀ। ਜਲਾਲੂਦੀਨ ਉੱਪਰ ਨੂੰ ਆਇਆ ਆ ਕੇ ਤੇਗ ਚਲਾਈ ਜ਼ੋਰ ਦੀ ਤੇਗ ਚੱਲੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਨੂੰ ਇੱਕ ਪਾਸੇ ਤੇ ਸਤਿਗੁਰਾਂ ਸੀਸ ਨੂੰ ਦੂਜੇ ਪਾਸੇ ਕਰ ਦਿੱਤਾ ਗਿਆ। ਜਦੋਂ ਸਤਿਗੁਰਾਂ ਦਾ ਸੀਸ ਇੱਕ ਪਾਸੇ ਡਿੱਗ ਪਿਆ ਧੜ ਦੂਜੇ ਪਾਸੇ ਡਿੱਗ ਪਿਆ ਚਾਰੇ ਪਾਸੇ ਗੁਰਮੁਖੋ ਪਚਾਲ ਆ ਗਿਆ ਅਸਮਾਨ ਫਟਿਆ। ਇੱਥੇ ਗੁਰੂ ਗੋਬਿੰਦ ਸਿੰਘ ਸਤਿਗੁਰੂ ਪਾਤਸ਼ਾਹ ਬਚਨ ਕਰਦੇ ਨੇ ਕਹਿਣ ਲੱਗੇ ਦੇਖੋ ਕਿ ਤੇਗ ਬਹਾਦਰ ਠੀਕਰ ਫੋਲ ਦਲੀਸ ਸਿਰ ਪ੍ਰਾਪਰ ਕੀਆ ਪਿਆਣ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਣ ਤੇਗ ਬਹਾਦਰ ਕੇ ਚਲਤ ਪਇਓ ਜਗਤ ਮੈਂ ਸ਼ੋਕ ਹੈ ਸਭ ਜਗ ਬਹਿਓ ਜੈ 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 ਸੁਰ ਲੋਕ। ਇੱਕਦਮ ਚਾਰੇ ਪਾਸੇ ਸਨਾਟਾ ਛਾ ਗਿਆ ਅਸਮਾਨ ਗੂੰਜਣ ਲੱਗਾ। ਇੱਧਰ ਖੜਾ ਸੀ ਭਾਈ ਲੱਖੀ ਸ਼ਾਹ ਵਣਜਾਰਾ ਉਹਨੇ ਜਿਹੜਾ ਮੈਦਾਨ ਸੀ ਖੁੱਲਾ ਲਾਲ ਕਿਲੇ ਵਾਲਾ ਉੱਥੇ ਸੈਂਕੜੇ ਮੱਝਾਂ ਗਾਵਾਂ ਭਜਾ ਦਿੱਤੀਆਂ। ਜਦੋਂ ਇੱਕਦਮ ਸੈਂਕੜੇ ਮੱਝਾਂ ਗਾਵਾਂ ਭਜਾਈਆਂ ਦੂਰ ਤੋਂ ਗਾਵਾਂ ਆਉਂਦੀਆਂ ਦੇਖੀਆਂ ਧੂੜ ਚੜ ਗਈ ਅਸਮਾਨੀ ਧੂੜ ਚੜੀ। ਪਹਿਰੇਦਾਰਾਂ ਨੇ ਦੇਖਿਆ ਹਜ਼ਾਰਾਂ ਪਸ਼ੂ ਇੱਕਦਮ ਇੱਥੇ ਕਿੱਦਾਂ ਆ ਗਏ। ਪਹਿਰੇਦਾਰ ਪਾਸੇ ਹੋ ਗਏ। ਜਦੋਂ ਪਾਸੇ ਹੋ ਗਏ ਅਸਮਾਨ ਧੂੜ ਮਿੱਟੀ ਚੜ ਗਈ ਦਿਖਾਈ ਕੁਝ ਨਹੀਂ ਦਿੰਦਾ ਪਿਆ ਸੀ। ਉਸੇ ਹੀ ਮੱਝਾਂ ਗਾਵਾਂ ਦੇ ਵਿਚਕਾਰ ਚੇਤਾ ਕਰੋ ਜੇ ਭਾਈ ਲੱਖੀ ਸ਼ਾਹ ਵਣਜਾਰਾ ਗੱਡਾ ਲੈ ਕੇ ਭੱਜਿਆ ਆਉਂਦਾ ਸਿਪਾਹੀ ਪਾਸੇ ਹੋ ਗਏ ਧੂੜ ਮਿੱਟੀ ਚਾਰੋਂ ਪਾਸੇ ਚੜ ਗਈ ਤੇ ਭਾਈ ਲੱਖੀ ਸ਼ਾਹ ਵਣਜਾਰਾ ਨੇ ਗੁਰੂ ਪਾਸ਼ਾ ਧੜ ਚੁੱਕਿਆ ਧੜ ਚੁੱਕ ਕੇ ਉਹਨੇ ਗੱਡੇ 'ਚ ਪਾਇਆ ਗੁਰਮੁਖੋ ਪਤਾ ਨਹੀਂ ਕਿਹੜੇ ਪਾਸੇ ਨੂੰ ਲੁਪਤ ਹੋ ਗਿਆ। ਇੱਧਰ ਭਾਈ ਜੈਤਾ ਉਹ ਬੈਠਾ ਸੀ ਇੱਕਦਮ ਜਦੋਂ ਸੀਸ ਡਿੱਗਿਆ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਇੱਕਦਮ ਭੱਜ ਪਿਆ ਸੀਸ ਦੇ ਵੱਲ ਚਾਰੇ ਪਾਸੇ ਧੂੜ ਚੜੀ ਹੋਈ ਧੂੜ ਮਿੱਟੀ ਤੇ ਆਪਣੇ ਪਿਤਾ ਦਾ ਸੀਸ ਉਹਨੇ ਰੱਖਿਆ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਸੀਸ ਦੇ ਉੱਪਰ। ਗੁਰੂ ਤੇਗ ਬਹਾਦਰ ਸਾਹਿਬ ਸੀਸ ਚੁੱਕਿਆ ਕੱਪੜੇ 'ਚ ਲਪੇਟ ਕੇ ਧੂੜ ਮਿੱਟੀ 'ਚ ਉਡਾਉਂਦਾ ਹੋਇਆ ਉਹ ਵੀ ਗੁਪਤ ਹੋ ਗਿਆ। ਪਤਾ ਹੀ ਨਹੀਂ ਕਿੰਨੀ ਕੁ ਦੇਰ ਤੱਕ ਮੱਝਾਂ ਗਾਵਾਂ ਅੱਗੇ ਨੂੰ ਭੱਜਦੀਆਂ ਰਹੀਆਂ। ਕਿੰਨੇ ਸਮੇਂ ਤੋਂ ਬਾਅਦ ਜਿਹੜੀ ਧੂੜ ਚੜੀ ਹੋਈ ਧੂੜ ਮਿੱਟੀ ਸੀ ਉਹ ਠੰਡਾ ਅਸਮਾਨ ਹੋਇਆ। ਸਿਪਾਹੀਆਂ ਨੇ ਲੱਗਿਆ ਕਿ ਧੜ ਪਤਾ ਨਹੀਂ ਕਿੱਧਰ ਚਲਾ ਗਿਆ ਪਰ ਸੀਸ ਤਾਂ ਉਸੇ ਤਰ੍ਹਾਂ ਦੇ ਨਾਲ ਉਵੇਂ ਹੀ ਲੱਥਪੱਥ ਹੋਇਆ ਪਿਆ ਹੈ। ਕਿਸੇ ਨੇ ਸੀਸ ਨੂੰ ਹੱਥ ਨਹੀਂ ਲਾਇਆ। ਉਹ ਬਾਅਦ 'ਚ ਪਤਾ ਲੱਗਿਆ ਕਿ ਸੀਸ ਕਿਸੇ ਹੋਰ ਸਿੱਖ ਦਾ ਹੈ। ਇਸ ਤਰ੍ਹਾਂ ਦੇ ਨਾਲ ਭਾਈ ਲੱਖੀ ਸ਼ਾਹ ਵਣਜਾਰਾ ਸਤਿਗੁਰਾਂ ਦਾ ਧੜ ਲੈ ਗਿਆ ਜੀ। ਭਾਈ ਜੈਤਾ ਸੀਸ ਲੈ ਗਿਆ। ਦੇਖੋ ਭਾਈ ਲੱਖੀ ਸ਼ਾਹ ਵਣਜਾਰਾ ਅੱਧੀ ਰਾਤ ਦਾ ਸਮਾਂ ਜਿੱਥੇ ਆਪਾਂ ਗੁਰਦੁਆਰਾ ਰਕਾਬਗੰਜ ਸਾਹਿਬ ਦੇਖਦੇ ਹਾਂ ਰਕਾਬਗੰਜ ਵਾਲੀ ਥਾਂ ਸੀ ਗੁਰਮੁਖੋ ਇਹ ਭਾਈ ਲੱਖੀ ਸ਼ਾਹ ਦਾ ਘਰ ਸੀ। ਬੜੀ ਵੱਡੀ ਹਵੇਲੀ ਸੀ ਝਾੜ ਚੱਲਦੀ ਸੀ ਲੱਖੀ ਸ਼ਾਹ ਵਣਜਾਰਾ ਦੇ ਕੋਈ ਆਮ ਸਿੱਖ ਨਹੀਂ ਸੀ ਸ਼ਾਹ ਹੈ ਸੀ ਇਹ। ਉੱਥੇ ਕਵੀ ਲਿਖਦੇ ਨੇ ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਤੈਨੂੰ ਦੋ ਸ਼ਾਹ ਮਿਲੇ। ਇੱਕ ਸ਼ਾਹ ਮਿਲਿਆ ਗੁਰਮੁਖੋ ਬਾਬੇ ਬਕਾਲੇ ਧਰਤੀ ਕੌਣ ਉਹ ਸੀ ਮੱਖਣ ਸ਼ਾਹ ਲੁਬਾਣਾ। ਦੋ ਸ਼ਾਹ ਮਿਲੇ ਪਾਤਸ਼ਾਹ ਨੂੰ। ਇੱਕ ਮਿਲਿਆ ਬਕਾਲੇ ਦੀ ਧਰਤੀ ਦੇ ਉੱਤੇ ਜਿਹੜਾ ਇੱਕਦਮ ਜਿਹਨੇ ਗੁਰੂ ਨੂੰ ਪ੍ਰਗਟ ਕੀਤਾ ਤੇ ਰੌਲਾ ਪਾਉਂਦਾ ਗੁਰੂ ਲੱਭ ਗਿਆ। ਇੱਕ ਨੇ ਗੁਰੂ ਨੂੰ ਲੱਭ ਕੇ ਰੌਲਾ ਪਾਇਆ ਤੇ ਇੱਕ ਸ਼ਾਹ ਮਿਲਿਆ ਦਿੱਲੀ ਧਰਤੀ ਲੱਖੀ ਸ਼ਾਹ ਵਣਜਾਰਾ ਜਿਹਨੇ ਗੁਰੂ ਦੇ ਧੜ ਨੂੰ ਸੰਭਾਲ ਕੇ ਤੇ ਆਪਣੇ ਘਰ ਲੈ ਗਿਆ। ਘਰ ਲਿਜਾ ਕੇ ਅੱਧੀ ਰਾਤ ਨੂੰ ਪਹਿਲਾਂ ਗੁਰੂ ਦਾ ਸੰਸਕਾਰ ਕੀਤਾ ਧੜ ਦਾ ਸਰੀਰ ਦਾ ਸੰਸਕਾਰ ਕੀਤਾ। ਸੰਸਕਾਰ ਕਰਨ ਤੋਂ ਬਾਅਦ ਆਪਣੇ ਸਾਰੇ ਘਰ ਨੂੰ ਅੱਗ ਲਗਾ ਦਿੱਤੀ ਤੇ ਅਗਲਾ ਕਹਿੰਦਾ ਦੁਨੀਆ ਦੇ ਲੋਗੋ ਮੇਰੇ ਘਰ ਨੂੰ ਅੱਗ ਲਾ ਕੇ ਕੁਛ ਨਹੀਂ ਬਾਕੀ ਬਚਿਆ। ਪਰ ਸੱਚੀ ਗੱਲ ਏ ਗੁਰਮੁਖੋ ਜਿਨ੍ਹਾਂ ਲੋਕਾਂ ਨੇ ਘਰ ਬਚਾਏ ਉਹਨਾਂ ਦੇ ਘਰ ਨਹੀਂ ਰਹੇ ਤੇ ਜਿਹਨੇ ਅੱਗ ਵਿੱਚ ਘਰ ਸਾੜ ਦਿੱਤਾ ਚੇਤਾ ਕਰੋ ਉੱਥੇ ਨਿਸ਼ਾਨ ਸਾਹਿਬ ਝੂਲਦੇ ਪਏ ਨੇ। ਸਤਿਗੁਰਾਂ ਦਾ ਧੜ ਦਾ ਸੰਸਕਾਰ ਹੋ ਗਿਆ ਜੀ। ਉੱਥੇ ਕੁਝ ਕੁ ਬੇਨਤੀ ਕਿ ਮੈਨੂੰ 7:15 ਤੱਕ ਦਾ ਹੁਕਮ ਹੋਇਆ ਮੈਨੂੰ
10 ਮਿੰਟਾਂ ਦੇ ਵਿੱਚ ਭਾਈ ਜੈਤੇ ਨੂੰ ਆਪਾਂ ਜ਼ਰੂਰ ਚੇਤੇ ਕਰਨਾ ਸੀਸ ਲੈ ਕੇ ਕਿਵੇਂ ਪਹੁੰਚਦਾ ਹੈ। ਗੁਰਮਖੋ 340 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਭਾਈ ਜੈਤੇ ਨੇ। ਉਹ ਸਿੱਖ ਦਾ ਜ਼ਿਕਰ ਜ਼ਰੂਰ ਆਪਾਂ ਕਰੀਏ। ਚੇਤਾ ਕਰੋ ਭਾਈ ਜੈਤਾ ਅੱਧੀ ਰਾਤ ਕਹਿ ਲਓ ਚੱਲਦਾ ਚੱਲਦਾ ਪਹਿਲੀ ਰਾਤ 40 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਭਾਈ ਜੈਤੇ ਨੇ। ਯੂਪੀ ਦੇ ਵੱਲ ਨੂੰ ਹੋ ਤੁਰਿਆ ਜੀ। ਦਿੱਲੀ ਤੋਂ 40 ਕਿਲੋਮੀਟਰ ਦੂਰ ਯੂਪੀ ਦੇ ਵੱਲ ਇੱਕ ਸਥਾਨ ਪੈਂਦਾ ਬਾਗਪਟ। ਬਾਗਪਟ ਵਾਲੀ ਥਾਂ ਦੇ ਉੱਤੇ ਕਿਉਂਕਿ ਸੀਸ ਕੱਪੜੇ 'ਚ ਲਪੇਟਿਆ ਹੋਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ, ਬਾਗਪਟ ਵਾਲੀ ਥਾਂ ਦੇ ਉੱਤੇ ਪਹੁੰਚਦਿਆਂ ਉਹਨੂੰ ਸਵੇਰ ਹੋ ਗਈ ਜੀ। ਜਦੋਂ ਸਵੇਰ ਹੋ ਗਈ ਉੱਥੇ ਇੱਕ ਫਕੀਰ ਦੀ ਕਬਰ ਸੀ, ਉਹਦਾ ਨਾਮ ਸੀ ਹਜ਼ਰਤ ਵਾਉਦੀਨ। ਹਜ਼ਰਤ ਵਾਉਦੀਨ ਦੀ ਉਹ ਕਬਰ ਦੇ ਉੱਪਰ ਉੱਥੇ ਫਕੀਰ ਦਰਗਾਹ ਦੇ ਉੱਤੇ ਪਹੁੰਚ ਗਿਆ। ਪਹੁੰਚ ਕੇ ਹਜ਼ਰਤ ਵਾਉਦੀਨ ਫਕੀਰ ਰਹਿੰਦਾ, ਉਹਨੂੰ ਜਾ ਕੇ ਬੇਨਤੀ ਕਰਦਾ, ਕਹਿਣ ਲੱਗਾ ਫਕੀਰ ਜੀ ਮੈਂ ਅੱਗੇ ਨੂੰ ਜਾਣਾ ਕੋਈ ਰਸਤਾ। ਉਹਨੇ ਕਿਹਾ ਤੂੰ ਹੈ ਕੌਣ? ਕਹਿਣ ਲੱਗਾ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਹਾਂ। ਫਕੀਰ ਕਹਿੰਦਾ ਗੁਰੂ ਤੇਗ ਬਹਾਦਰ ਸੁਣਿਆ ਦਿੱਲੀ ਨੂੰ ਗਏ ਸਨ, ਕੀ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਦਾ? ਮੈਂ ਬੜੇ ਚਿਰ ਤੋਂ ਉਡੀਕਦਾ ਪਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ। ਭਾਈ ਜੈਤੇ ਜੇ ਕਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲੇ ਤੇ ਤੂੰ ਇੱਕ ਵਾਰ ਕਹੀਂ ਕਿ ਤੈਨੂੰ ਫਕੀਰ ਉਡੀਕਦਾ ਪਿਆ, ਗੁਰੂ ਤੇਗ ਬਹਾਦਰ ਸਾਹਿਬ ਜਾ ਕੇ ਦਰਸ਼ਨ ਦੇਵੋ। ਜਦੋਂ ਇਹਨਾਂ ਫਕੀਰ ਨੇ ਕਿਹਾ ਤੇ ਭਾਈ ਜੈਤਾ ਗੁਰਮੁਖ ਰੋ ਪਿਆ। ਫਕੀਰ ਕਹਿੰਦਾ ਰੋਇਆ ਕਿਉਂ? ਕਹਿਣ ਲੱਗਾ ਸੱਚੀ ਗੱਲ ਫਕੀਰ ਜੀ ਇਹ ਹੈ ਕਿ ਗੁਰੂ ਤੇਗ ਬਹਾਦਰ ਪਤਾ ਹੀ ਨਹੀਂ ਕਿਹੜੇ ਸਮੇਂ ਕਿਵੇਂ ਸਿੱਖਾਂ ਦੀਆਂ ਅਰਦਾਸਾਂ ਪੂਰੀਆਂ ਕਰਨ। ਦੇਖੋ ਅੱਜ ਵੀ ਆਪਾਂ ਇੱਕ ਬਚਨ ਪੜ੍ਹਦੇ ਹਾਂ ਕਿ ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਗੁਰੂ ਤੇਗ ਬਹਾਦਰ ਦੇਖੋ ਅੱਜ ਸਹਾਈ ਕਿਵੇਂ ਹੁੰਦੇ ਨੇ। ਉਹਨੇ ਕਿਹਾ, ਕਹਿਣ ਲੱਗਾ ਕਹੀਂ ਗੁਰੂ ਨੂੰ, ਤੇ ਭਾਈ ਜੈਤਾ ਕਹਿੰਦਾ ਅਰਦਾਸਾਂ ਕਰੀ ਜਾਣਾ ਅੱਜ ਤੇਰੀ ਅਰਦਾਸ ਪੂਰੀ ਹੋ ਗਈ। ਆ ਦੇਖ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ। ਗੁਰਮਖੋ ਉੱਚੀ ਥਾਂ ਦੇ ਉੱਤੇ ਕੱਪੜਾ ਰੱਖਿਆ, ਕੱਪੜੇ ਨੂੰ ਚਾਰੇ ਪਾਸੇ ਤੋਂ ਪਰਤਾਂ ਉਠਾਈਆਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਮੁਖੜਾ ਸੀ ਲੱਥ-ਪੱਥ ਖੂਨ ਦੇ ਨਾਲ ਤੇ ਸਾਹਮਣੇ ਰੱਖ ਦਿੱਤਾ ਗਿਆ। ਸਾਹਮਣੇ ਰੱਖਿਆ, ਧਾਹਾਂ ਮਾਰ ਕੇ ਰੋ ਪਿਆ ਫਕੀਰ। ਰੋਈ ਜਾਵੇ, ਨਾਲ ਨਾਲ ਕੱਪੜਾ ਚੱਕ ਕੇ ਲਿਆਇਆ, ਚਾਦਰ ਭਾਈ ਜੈਤੇ ਨੇ ਬਦਲ ਲਈ। ਕਹਿਣ ਲੱਗਾ ਮੈਂ ਅੱਗੇ ਦਿੱਲੀ ਜਾ ਕੇ ਅਨੰਦਪੁਰ ਸਾਹਿਬ ਪਹੁੰਚਣਾ ਹੈ। ਹਜ਼ਰਤ ਵਾਉਦੀਨ ਕਹਿਣ ਲੱਗਾ ਇੱਥੇ ਮੁਗਲ ਆ ਸਕਦੇ ਨੇ, ਇੰਜ ਕਰ ਤੂੰ ਪਿੰਡ ਚਲਾ ਜਾ ਬਾਗਪਟ। ਉੱਥੇ ਕਹਿਣ ਲੱਗੇ ਕੁਝ ਸਿੱਖਾਂ ਦੇ ਘਰ ਨੇ, ਉੱਥੇ ਤੂੰ ਚਲਾ ਜਾਈਂ। ਇਸ ਸਿੱਖ ਦਾ ਨਾਮ ਸੀ ਕ੍ਰਿਸ਼ਨਪਾਲ। ਬਾਗਪਟ ਧਰਤੀ ਦੇ ਉੱਤੇ ਹਜ਼ਰਤ ਵਾਉਦੀਨ ਦੇ ਕਹਿਣ ਦੇ ਉੱਪਰ ਭਾਈ ਜੈਤਾ ਸੀਸ ਲੈ ਕੇ ਕ੍ਰਿਸ਼ਨਪਾਲ ਦੇ ਘਰੇ ਪਹੁੰਚ ਗਿਆ। ਸਾਰਾ ਦਿਨ ਗੁਰਮੁਖੋ ਕਿਉਂਕਿ ਦਿਨੇ ਦੂਰ ਨਿਕਲਣਾ ਖਤਰੇ ਤੋਂ ਖਾਲੀ ਨਹੀਂ ਸੀ। ਭਾਈ ਜੈਤਾ ਸੀ ਜਿਹੜਾ ਉਹ ਸਫ਼ਰ ਰਾਤ ਨੂੰ ਕਰਦਾ ਤੇ ਦਿਨੇ ਲੁਕ ਜਾਂਦਾ ਸੀ। ਉਹ ਕਹਿਣ ਲੱਗੇ ਇਸ ਤਰੀਕੇ ਦੇ ਨਾਲ ਸਾਰਾ ਦਿਨ ਭਾਈ ਜੈਤਾ ਕ੍ਰਿਸ਼ਨਪਾਲ ਦੇ ਘਰ ਰਿਹਾ। ਰਾਤ ਹੋਈ, ਜਦੋਂ ਰਾਤ ਹੋਈ ਕ੍ਰਿਸ਼ਨਪਾਲ ਸੀ ਜਿਹੜਾ ਸਾਰਾ ਦਿਨ ਕੱਪੜੇ ਦਾ ਚੌਰ ਬਣਾ ਕੇ ਗੁਰੂ ਤੇਗ ਬਹਾਦਰ ਸਾਹਿਬ ਪਦ ਸੀਸ ਨੂੰ ਚੌਰ ਕਰਦੇ ਰਹੇ। ਸ਼ਾਮ ਹੁੰਦੀ ਏ, ਭਾਈ ਜੈਤਾ ਕਹਿੰਦਾ ਮੈਨੂੰ ਅੱਗੇ ਜਾਣ ਦਿਓ। ਇੱਥੋਂ ਬਾਗਪਟ ਤੋਂ ਚੱਲ ਪਿਆ ਭਾਈ ਜੈਤਾ। ਸ਼ਾਮ ਹੁੰਦਿਆਂ ਰਾਤ ਦਾ ਹਨੇਰਾ ਚੱਲਦਿਆਂ ਅਗਲੀ ਸਵੇਰ ਤੱਕ ਗੁਰਮੁਖੋ ਤਰਾਵੜੀ ਪਹੁੰਚ ਗਿਆ। ਤਰਾਵੜੀ ਦੂਜਾ ਥਾਂ ਟਿਕਾਣਾ ਤਰਾਵੜੀ ਕੀਤਾ ਜੀ। ਤਰਾਵੜੀ ਸੁਬਾਹ ਹੁੰਦਿਆਂ ਪਹੁੰਚਿਆ। ਜਦੋਂ ਤਰਾਵੜੀ ਪਹੁੰਚਿਆ, ਤਰਾਵੜੀ ਇੱਕ ਬਹੁਤ ਵੱਡਾ ਕਿਲ੍ਹਾ ਸੀ। ਕਿਲ੍ਹੇ ਦੇ ਕੋਲ ਇੱਕ ਸਰੋਵਰ ਪੈਂਦਾ ਸੀ ਜਿਹਦੇ ਉੱਤੇ ਜਿਹੜੇ ਧੋਬੀ ਸਨ ਉਹ ਕੱਪੜੇ ਧੋਇਆ ਕਰਦੇ ਸੀ। ਜਦੋਂ ਸਵੇਰ ਹੋਈ ਡਰ ਗਿਆ, ਲੁਕ ਗਿਆ ਝਾੜੀ। ਡਰਿਆ ਇਸ ਕਰਕੇ ਨਹੀਂ ਮੈਂ ਪਕੜਿਆ ਜਾਣਾ, ਜ਼ਿੰਮੇਵਾਰੀ ਸੀ ਕਿ ਗੁਰੂ ਸਾਹਿਬ ਦਾ ਸੀਸ ਅਨੰਦਪੁਰ ਸਾਹਿਬ ਪਹੁੰਚਾਉਣਾ ਹੈ। ਅਸਲ ਜ਼ਿੰਮੇਵਾਰੀ ਸੀ ਉਹਦੀ। ਇਸ ਕਰਕੇ ਇੱਕਦਮ ਲੁਕਿਆ। ਉੱਥੇ ਦੇਵਾ ਰਾਮ ਨਾਮ ਦਾ ਧੋਬੀ ਉਹ ਕੱਪੜੇ ਧੋਂਦਾ ਪਿਆ ਹੈ। ਇੱਕਦਮ ਉਹਨੇ ਵੇਖਿਆ ਝਾੜੀਆਂ ਦੇ ਪਿੱਛੇ ਕੋਈ ਹੈ। ਇੱਕਦਮ ਕਹਿੰਦਾ ਕੌਣ? ਤੇ ਆਵਾਜ਼ ਆਈ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ। ਝੂਠ ਨਹੀਂ ਬੋਲਿਆ ਭਾਈ ਜੈਤੇ ਨੇ। ਜਦੋਂ ਇੱਕਦਮ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਸਿੱਖ, ਤੇ ਧੋਬੀ ਦੇਵਾ ਰਾਮ ਕਹਿਣ ਲੱਗਾ ਸਿੱਖ ਹੈ ਤੇ ਫਿਰ ਉੱਠ ਖੜਾ ਹੋ ਜਾ, ਲੁਕਿਆ ਕਿਉਂ ਬੈਠਾ? ਇੱਕਦਮ ਲਾ ਕੇ ਛਾਤੀ ਨਾਲ ਲੱਗਿਆ ਹੋਇਆ ਕੱਪੜੇ 'ਚ ਲਪੇਟਿਆ ਸੀਸ ਸਤਿਗੁਰੂ ਪਾਤਸ਼ਾਹ ਦਾ ਖੜਾ ਹੋ ਗਿਆ। ਖੜਾ ਹੋ ਕੇ ਕਹਿਣ ਲੱਗਾ ਸਿੱਖਾ ਚੱਲ ਮੇਰੇ ਘਰ ਚੱਲ। ਗੁਰਮੁਖੋਂ ਨੇ ਕੱਪੜੇ ਰੱਖ ਲਏ ਸਿਰ ਦੇ ਉੱਪਰ ਤੇ ਭਾਈ ਜੈਤਾ ਨਾਲ ਤੁਰ ਪਿਆ। ਤਰਾਵੜੀ ਦੀ ਧਰਤੀ ਨਾਲ ਤੁਰਿਆ ਜਾਂਦਾ। ਤੁਰ ਕੇ ਘਰ ਪਹੁੰਚਿਆ। ਘਰ ਕਹਿਣ ਲੱਗਾ ਭਗਵਾਨੇ ਦੇ ਗੁਰੂ ਕਾ ਸਿੱਖ ਆਇਆ, ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਆਇਆ ਹੈ। ਆਪਾਂ ਅਰਦਾਸਾ ਕਰਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਆਉਣਗੇ। ਚਲੋ ਗੁਰੂ ਸਿੱਖਾਂ ਦੇ ਰੂਪ ਦੇ ਵਿੱਚ ਆ ਗਿਆ ਹੋਵੇਗਾ, ਕਰ ਸਿੱਖ ਦੀ ਸੇਵਾ। ਭਾਈ ਜੈਤਾ ਅੰਦਰ ਜਾ ਕੇ ਬਹਿ ਗਿਆ।
ਤੂੰ ਅੰਦਰ ਜਾ ਕੇ ਬੈਠਾ ਨਾ ਗੁਰਮਖੋ, ਤੇ ਇੱਕਦਮ ਕਹਿੰਦਾ ਸਿੱਖਾ ਆ ਕੀ ਹੈ ਤੇਰੇ ਹੱਥ ਦੇ ਵਿੱਚ, ਲੈ ਪਕੜਾ ਮੈਨੂੰ, ਮੈਂ ਰੱਖ ਦਿਆਂ ਪਾਸੇ, ਰੱਖ ਦੇ, ਰੋਟੀ ਛਕ ਪ੍ਰਸ਼ਾਦਾ ਖਾ ਤੂੰ। ਤੇ ਭਾਈ ਜੈਤਾ ਕਹਿਣ ਲੱਗਾ ਇਹਦੇ ਵਿੱਚ ਉਹ ਹੈ ਜਿਹੜਾ ਜਿੰਦ ਵਾਰ ਕੇ ਵੀ ਦਿੱਤਾ ਨਹੀਂ ਜਾ ਸਕਦਾ। ਉਹਨੇ ਕਿਹਾ, ਕਹਿਣ ਲੱਗਾ ਇਹਦੇ ਵਿੱਚ ਉਹ ਹੈ ਜੋ ਜਿੰਦ ਵਾਰ ਕੇ ਨਹੀਂ ਦਿੱਤਾ ਜਾ ਸਕਦਾ। ਪੁੱਛਿਆ ਕੀ? ਤੇ ਇੱਕਦਮ ਉੱਚਾ ਪਲੰਗ ਸੀ ਗੁਰਮਖੋ, ਪਲੰਗ ਦੇ ਉੱਪਰ ਇੰਜ ਸੀਸ ਟਿਕਾਇਆ, ਟਿਕਾ ਕੇ ਸੀਸ ਇੱਕ ਇੱਕ ਕੱਪੜਾ ਉਤਾਰ ਕੇ ਭਾਈ ਜੈਤਾ ਕੱਪੜਾ ਉਤਾਰਦਾ ਪਿਆ। ਜਿਹੜਾ ਅਖੀਰਲੀ ਪਰਤ ਸੀ ਲਗਭਗ ਖੂਨ ਨਾਲ ਲੱਥਪੱਥ ਹੋ ਚੁੱਕੀ ਸੀ, ਅਖੀਰਲੀ ਪਰਤ ਚੱਕੀ ਤੇ ਗੁਰੂ ਤੇਗ ਬਹਾਦਰ ਦਾ ਸੀਸ ਇੱਕਦਮ ਖੂਨ ਨਾਲ ਚਿਹਰਾ ਭਰਿਆ ਹੋਇਆ ਸਾਹਮਣੇ ਪਿਆ ਸੀ। ਤਾਹਾਂ ਮਾਰ ਕੇ ਦੋਨੇ ਪਤੀ ਤੇ ਪਤਨੀ ਰੋ ਪਏ, ਨਾਲੇ ਰੋਈ ਜਾਣ ਨਾਲੇ ਕਹਿਣ ਲੱਗਣ, ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਕੀ ਪਤਾ ਸੀ ਇੰਜ ਤੇਰੇ ਦਰਸ਼ਨ ਹੋਣਗੇ। ਸਾਰਾ ਦਿਨ ਗੁਰਮਖੋ ਸੇਵਾ ਕੀਤੀ, ਦੋਨਾਂ ਪਤੀ ਪਤਨੀ ਨੇ ਬੜੀ ਸੇਵਾ। ਭਾਈ ਜੈਤੇ ਨੇ ਇੱਕ ਇੱਕ ਬਰਤਾਂਤ ਸੁਣਾਇਆ। ਸ਼ਾਮ ਹੁੰਦੀ ਪਈ ਹੈ ਅਗਲੀ, ਭਾਈ ਜੈਤਾ ਸੀਸ, ਇੱਥੇ ਫਿਰ ਕੱਪੜਾ ਫਿਰ ਬਦਲਿਆ, ਭਾਈ ਜੈਤੇ ਨੇ ਕੱਪੜਾ ਬਦਲਿਆ, ਹੋਰ ਕੱਪੜੇ 'ਚ ਜਿਹੜਾ ਸੀਸ ਲਪੇਟ ਲਿਆ। ਭਾਈ ਜੈਤਾ ਰਾਤ ਹੁੰਦਿਆਂ ਫਿਰ ਚੱਲ ਪਿਆ। ਚਲਦਿਆਂ ਅੱਗੇ ਕੈਥ ਮਾਂਜਰੀ ਆ ਗਿਆ। ਕੈਥ ਮਾਂਜਰੀ ਥੱਕ ਚੁੱਕਿਆ ਸੀ, ਪੈਰਾਂ 'ਚ ਛਾਲੇ, ਕੱਪੜੇ ਫਟ ਚੁੱਕੇ ਸਨ, ਕਿਉਂਕਿ ਤੁਰਦਾ ਆਇਆ, GT ਰੋਡ ਸੜਕ ਤੇ ਆ ਨਹੀਂ ਸਕਦਾ ਸੀ, ਜੰਗਲਾਂ ਦੇ ਵਿੱਚ ਦੀ ਆਇਆ ਭਾਈ ਜੈਤਾ, ਕੋਈ ਪਕੜੇ ਜਾਣ ਦਾ ਡਰ ਸੀ। ਇਸ ਕਰਕੇ ਜੰਗਲਾਂ ਵਿੱਚ ਦੀ ਜਾਂਦਾ ਕੈਥ ਮਾਂਜਰੀ ਆ ਗਿਆ। ਕੈਥ ਮਾਂਜਰੀ ਇੱਕ ਦਰਖਤ ਦੇ ਥੱਲੇ ਢੋ ਲਾ ਕੇ ਬਹਿ ਗਿਆ, ਸਰੀਰ ਜਵਾਬ ਦੇ ਚੁੱਕਾ ਸੀ। ਲੰਘਦੇ ਰਾਈਆਂ ਦੇ ਕੋਲੋਂ ਪੁੱਛਿਆ, ਕਹਿਣ ਲੱਗੇ ਕੋਈ ਇੱਥੇ ਹੈ? ਕਹਿਣ ਲੱਗੇ ਇੱਥੇ ਦੂਰ ਸਿੱਖਾਂ ਦੇ ਘਰ ਨੇ, ਆਪਾਂ ਅੰਬਾਲਾ ਸਾਹਿਬ ਕਹਿੰਦੇ ਆ, ਇੱਥੇ ਦੂਰ ਸਿੱਖਾਂ ਦੇ ਘਰ ਨੇ, ਦੱਸ ਦਿਓ ਮੈਨੂੰ ਘਰ। ਕਿਸੇ ਨੇ ਕਿਹਾ ਨਾਲ ਦੇ ਪਿੰਡ ਸਿੱਖਾਂ ਦੇ ਘਰ ਨੇ। ਸਿੱਖਾਂ ਦੇ ਘਰ ਨੂੰ ਚਲਾ ਗਿਆ ਭਾਈ ਜੈਤਾ। ਇੱਥੇ ਫਿਰ ਰਾਮਦੇਵ ਨਾਮ ਦਾ ਰਵਦਾਸੀਆ ਸਿੱਖ ਗੁਰੂ ਕੇ ਸਿੱਖਾਂ ਨੂੰ ਮਿਲਦਾ। ਰਾਮਦੇਵ ਨਾਮ ਦਾ ਰਵਦਾਸੀਆ ਸਿੱਖ ਸੀ, ਉਹ ਗੁਰੂ ਕਾ ਸਿੱਖ ਸੀ। ਉਹਦੇ ਘਰ ਚਲਾ ਗਿਆ ਭਾਈ ਜੈਤਾ। ਸਾਰਾ ਦਿਨ ਇੱਥੇ ਗੁਜ਼ਾਰਿਆ। ਅਗਲੀ ਰਾਤ ਹੁੰਦੀ ਏ, ਫਿਰ ਭਾਈ ਜੈਤਾ ਇੱਥੋਂ ਫਿਰ ਚੱਲ ਪੈਂਦਾ ਹੈ। ਇੱਥੋਂ ਚੱਲਿਆ ਗੁਰਮੁਖੋ, ਅਗਲੀ ਸਵੇਰ ਨਾਢਾ ਸਾਹਿਬ ਪਹੁੰਚ ਗਿਆ। ਇੱਥੇ ਨਾਢਾ ਸਾਹਿਬ, ਇੱਥੇ ਫਕੀਰ ਦੀ ਦਰਗਾਹ ਸੀ, ਫਕੀਰ ਦਰਗਾਹੀ ਸ਼ਾਹ ਦੀ। ਉੱਥੇ ਆ ਕੇ ਟਿਕਾਣਾ ਕੀਤਾ। ਜਦੋਂ ਦਰਗਾਹੀ ਸ਼ਾਹ ਦੇ ਕੋਲ ਆਇਆ, ਸਵੇਰ ਹੁੰਦਿਆਂ ਫਿਰ ਹੁਣ ਦੇਖੋ ਆਨੰਦਪੁਰ ਸਾਹਿਬ ਬਿਲਕੁਲ ਨਜ਼ਦੀਕ, ਕੀਰਤਪੁਰ ਸਾਹਿਬ ਦਿਖਦਾ ਪਿਆ ਸੀ। ਜਦੋਂ ਇੱਥੇ ਸਵੇਰ ਹੁੰਦੀ ਫਿਰ ਪਹੁੰਚਿਆ। ਇੱਥੇ ਆ ਕੇ ਦਰਗਾਹੀ ਸ਼ਾਹ ਕਹਿੰਦਾ, ਤੂੰ ਕੌਣ ਏ? ਕਹਿਣ ਲੱਗਾ, ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਹਾਂ। ਅੱਛਾ ਸਿੱਖ ਏ, ਬੜਾ ਚਿਰ ਹੋ ਗਿਆ ਅਰਦਾਸਾਂ ਕਰਦੇ ਆ। ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਗਏ ਹੋਏ ਸਨ। ਜਦੋਂ ਇੰਨਾ ਕਿਹਾ, ਕਹਿਣ ਲੱਗਾ, ਜੀ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਦਾ ਜਾਮ ਪੀ ਗਏ ਨੇ। ਜੈਤਿਆ ਤੂੰ? ਕਹਿਣ ਲੱਗਾ, ਆ ਦੇਖੋ ਮੈਂ ਸੀਸ ਲੈ ਕੇ ਆਨੰਦਪੁਰ ਪਹੁੰਚਣਾ ਹੈ। ਦਰਸ਼ਨ ਕੀਤੇ ਸੀਸ ਦੇ। ਚੌਥੀ ਵਾਰ ਇੱਥੇ ਫਿਰ ਭਾਈ ਜੈਤੇ ਨੇ ਦਰਸ਼ਨ ਕਰਵਾਏ ਸੀਸ ਦੇ। ਹਜ਼ਰਤ ਦਰਗਾਹੀ ਸ਼ਾਹ ਜਿਹੜਾ ਬਾਬਾ ਸੀ, ਉਹ ਕਹਿਣ ਲੱਗਾ, ਦੇਖ ਮੈਂ ਵਾਅਦਾ ਕੀਤਾ ਸੀ ਜਦ ਤੱਕ ਜੋ ਦਰਸ਼ਨ ਨਹੀਂ ਕਰਾਂਗਾ ਮੈਂ ਸਰੀਰ ਨਹੀਂ ਤਿਆਗਣਾ। ਜਾ ਕੇ ਗੋਬਿੰਦ ਰਾਏ ਗੁਰੂ ਨੂੰ ਕਹੀਂ ਕਿ ਦਰਗਾਹੀ ਸ਼ਾਹ ਉਡੀਕਦਾ ਪਿਆ ਹੈ, ਉਹਨੇ ਪ੍ਰਾਣ ਨਹੀਂ ਤਿਆਗਣੇ। ਭਾਈ ਜੈਤੇ ਨੇ ਗੁਰਮੁਖੋ ਸੱਚਮੁੱਚ ਜਾ ਕੇ ਦਿੱਤਾ ਸੀ ਸੁਨੇਹਾ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਫਿਰ ਦਰਗਾਹੀ ਸ਼ਾਹ ਨੂੰ ਮਿਲਣ ਨਾਢਾ ਸਾਹਿਬ ਆਏ ਸਨ। ਇੱਥੋਂ ਫਿਰ ਚੱਲਿਆ। ਅਗਲੀ ਸ਼ਾਮ ਹੁੰਦਿਆਂ ਆਨੰਦਪੁਰ ਸਾਹਿਬ ਅੱਧੀ ਰਾਤ ਨੂੰ ਪਹੁੰਚ ਗਿਆ ਜੀ। ਅੱਧੀ ਰਾਤ ਨੂੰ ਥੱਕ ਚੁੱਕਿਆ ਸੀ, ਟੁੱਟ ਚੁੱਕਿਆ ਸੀ, ਸਰੀਰ ਕੰਮ ਨਹੀਂ ਸੀ ਕਰਦਾ ਪਿਆ। ਕੀਰਤਪੁਰ ਸਾਹਿਬ ਭਾਈ ਜੈਤਾ ਪਹੁੰਚ ਗਿਆ ਜੀ। 340 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੈਦਲ ਚੱਲ ਕੇ ਗਿਆ। ਜਦੋਂ ਇੱਥੇ ਅੱਧੀ ਰਾਤ ਹੋ ਚੁੱਕੀ ਸੀ, ਰੁਕ ਗਿਆ। ਇੱਥੇ ਭਾਈ ਜੈਤੇ ਨੂੰ ਇੰਜ ਲੱਗਿਆ ਵੀ ਹੋ ਸਕਦਾ ਹੈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੇ ਗੁਰੂ ਹਰਾਏ ਸਾਹਿਬ ਸਤਿਗੁਰੂ ਪਾਤਸ਼ਾਹ ਦਾ ਸੰਸਕਾਰ ਸੀ ਜਿਹੜਾ, ਉਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ। ਇਸ ਕਰਕੇ ਹੋ ਸਕਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਸਕਾਰ ਵੀ ਇੱਥੇ ਹੋਣਾ ਹੋਵੇ। ਇੱਥੋਂ ਫਿਰ ਭਾਈ ਜੈਤੇ ਨੇ ਸੁਨੇਹਾ ਭੇਜਿਆ। ਸਿੱਖ ਆ ਬਹਿ ਗਿਆ ਜੀ, ਸੀਸ ਸੰਭਾਲ ਲਿਆ। ਚੇਤਾ ਕਰੋ ਜੇ ਦਿੱਲੀ ਤੋਂ ਚੱਲਿਆ, ਕੀਰਤਪੁਰ ਸਾਹਿਬ ਪਹੁੰਚ ਗਿਆ 4 ਦਿਨ ਤੇ 4 ਰਾਤਾਂ ਲਗਾ ਕੇ, ਪਰ ਭਾਈ ਜੈਤੇ ਨੇ ਇੱਕ ਪਲ ਦੇ ਲਈ ਵੀ ਗੁਰੂ ਕਾ ਸੀਸ ਆਪਣੇ ਤੋਂ ਵੱਖ ਨਹੀਂ ਕੀਤਾ। ਐ ਜ਼ੋਰ ਦੀ ਬੁੱਕਲ 'ਚ ਲੈ ਕੇ ਦਰਖਤ ਦੇ ਥੱਲੇ ਬਹਿ ਗਿਆ ਭਾਈ ਜੈਤਾ। ਅੱਤ ਦੀ ਠੰਡ ਸੀ, ਥੱਲੇ ਬਹਿ ਗਿਆ ਜੀ। ਸਿੱਖ ਲੰਘਦੇ ਪਏ ਸਨ। ਕਹਿਣ ਲੱਗਾ, ਗੁਰੂ ਗੋਬਿੰਦ ਰਾਏ ਸਾਹਿਬ ਨੂੰ ਜਾ ਕੇ ਕਹੋ ਭਾਈ ਜੈਤਾ ਸੀਸ ਲੈ ਕੇ ਆ ਗਿਆ। ਕੁੜ ਸਿੱਖ ਗਏ। ਜਾ ਕੇ ਪਹਿਰੇਦਾਰਾਂ ਨੂੰ ਕਿਹਾ ਕਿ ਗੁਰੂ ਪਾਤਸ਼ਾਹ ਨੂੰ ਮਿਲਣਾ ਹੈ। ਅੱਧੀ ਰਾਤ ਨੂੰ ਸਿੱਖਾਂ ਨੇ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਿਹਾ, ਸਤਿਗੁਰੂ ਭਾਈ ਜੈਤਾ ਸੀਸ ਲੈ ਕੇ ਕੀਰਤਪੁਰ ਸਾਹਿਬ ਬੈਠਾ ਹੈ।
ਧੰਨ ਗੋਬਿੰਦ ਰਾਏ ਸਾਹਿਬ 9 ਸਾਲ ਦੀ ਉਮਰ ਸੀ ਕੇਵਲ। ਮਾਤਾ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ, ਦੱਸਿਆ ਗਿਆ ਮਾਤਾ ਗੁਜਰੀ ਜੀ, ਪਤਾ ਲੱਗ ਗਿਆ। ਸਵੇਰ ਹੁੰਦਿਆਂ ਸਾਰ ਪਾਲਕੀ ਤਿਆਰ ਕੀਤੀ ਗਈ। ਪਾਲਕੀ ਤਿਆਰ ਕਰਕੇ ਸਿੱਖ ਗੁਰਬਾਣੀ ਗਾਉਂਦੇ ਹੋਏ ਕੀਰਤਪੁਰ ਸਾਹਿਬ ਨੂੰ ਨੰਗੇ ਪੈਰ ਚੱਲ ਪਏ। ਆਨੰਦਪੁਰ ਸਾਹਿਬ ਤੋਂ ਚੱਲੇ। ਸਵੇਰ ਹੁੰਦਿਆਂ ਕੀਰਤਪੁਰ ਸਾਹਿਬ ਬੈਠੇ। ਉੱਚੀ ਥਾਂ ਦੇ ਉੱਤੇ ਸਤਿਗੁਰਾਂ ਸੀਸ ਰੱਖਿਆ ਸੀ। ਭਾਈ ਜੈਤਾ ਆਪ ਨੀਵੀਂ ਥਾਂ ਦੇ ਉੱਤੇ ਬੈਠਾ। ਧੰਨ ਗੁਰੂ ਗੋਬਿੰਦ ਰਾਏ ਸਾਹਿਬ ਸਤਿਗੁਰੂ ਪਾਤਸ਼ਾਹ ਗਏ, ਜਾ ਕੇ ਪਿਤਾ ਦੇ ਸੀਸ ਨੂੰ ਨਮਸਕਾਰ ਕੀਤਾ। ਨਮਸਕਾਰ ਸਿੱਖਾਂ ਨੇ ਕੀਤਾ। ਉਸੇ ਸਮੇਂ ਫਿਰ ਸਤਿਗੁਰ ਜਿਹੜਾ ਪਾਤਸ਼ਾਹ ਸੀਸ ਸੀ, ਉਸ ਸੀਸ ਨੂੰ ਪਾਲਕੀ ਦੇ ਅੰਦਰ ਸ਼ੁਭਤ ਕੀਤਾ ਗਿਆ। ਸ਼ੁਭਤ ਕਰਕੇ ਸੰਗਤਾਂ ਗੁਰੂ ਕੀ ਬਾਣੀ ਗਾਉਂਦਿਆਂ ਹੋਇਆਂ ਆਨੰਦਪੁਰ ਸਾਹਿਬ ਨੂੰ ਚੱਲ ਪਈਆਂ। ਆਨੰਦਪੁਰ ਸਾਹਿਬ ਤੁਸੀਂ ਜਾਓ, ਗੁਰਦੁਆਰਾ ਸ਼ੀਸ਼ਗੰਜ ਸਾਹਿਬ ਪੈਂਦਾ ਹੈ, ਗੁਰੂ ਕੇ ਮਹਿਲ ਅਤੇ ਉਹਦੇ ਬਿਲਕੁਲ ਸਾਹਮਣੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਪੈਂਦਾ ਹੈ ਜੀ। ਥੜੇ ਦੇ ਉੱਪਰ ਸਤਿਗੁਰਾਂ ਦੇ ਸੀਸ ਦਾ ਇਸ਼ਨਾਨ ਕਰਵਾਇਆ ਗਿਆ। ਚਿਖਾ ਤਿਆਰ ਕੀਤੀ ਗਈ। ਚਿਖਾ ਤਿਆਰ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ। ਸੰਸਕਾਰ ਕੀਤਾ। ਭਾਈ ਜੈਤੇ ਨੇ ਪੁੱਤਰ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ। ਜਿਵੇਂ ਪਿਤਾ ਪੁੱਤਰ ਦੇ ਚਿਖਾ ਨੂੰ ਲਾਂਬੂ ਲਾਉਂਦਾ ਹੈ, ਚੇਤਾ ਕਰੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਚਿਖਾ ਨੂੰ ਅਗਨ ਸੀ ਜਿਹੜੀ ਭਾਈ ਜੈਤਾ ਜੀ ਨੇ ਨਾਲ ਦਿੱਤੀ। ਜਦੋਂ ਸਤਿਗੁਰੂ ਪਾਤਸ਼ਾਹ, ਤੁਸੀਂ ਅੱਜ ਵੀ ਜਾਓ ਸ਼ੀਸ਼ਗੰਜ ਗੁਰਦੁਆਰਾ ਸਾਹਿਬ, ਦਰਬਾਰ ਸਾਹਿਬ ਦੇ ਸਾਹਮਣੇ ਛੋਟੀ ਜੀ ਇਮਾਰਤ ਬਣੀ ਹੈ ਜੀ, ਅਕਾਲ ਬੁੰਗਾ ਲਿਖਿਆ ਹੋਇਆ। ਤੁਸੀਂ ਜਾਓ ਅੱਜ, ਅਕਾਲ ਬੁੰਗੇ ਤੇ ਖੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਖੜੇ ਹੋ ਕੇ ਭਾਈ ਜੈਤੇ ਨੂੰ ਕੋਲ ਬੁਲਾ ਕੇ ਕਹਿੰਦੇ ਨੇ, ਭਾਈ ਜੈਤੇ ਤੂੰ ਆ। ਇੱਕਦਮ ਕੋਲ ਆਇਆ, ਗਲਵੱਖੜੀ ਪਾਈ, ਕਹਿਣ ਲੱਗੇ ਰੰਗਰੇਟੇ ਗੁਰੂ ਕੇ ਬੇਟੇ। ਮੈਂ ਕੋਈ ਬੇਨਤੀ ਜ਼ਰੂਰ ਕਰਾਂਗਾ, ਕਾਹਨ ਸਿੰਘ ਨਾਭਾ ਨੂੰ ਪੜ੍ਹੋ, ਵਿਦਵਾਨਾਂ ਨੂੰ ਪੜ੍ਹੋ। ਉਹ ਕਹਿੰਦੇ ਰੰਗਰੇਟੇ ਦਾ ਅਰਥ ਰੰਗੜ ਕਾ ਬੇਟਾ। ਬੇਨਤੀ ਮੇਰੀ ਬੜੇ ਧਿਆਨ ਨਾਲ ਸਮਝੋ ਜੀ, ਕਿਉਂਕਿ ਅੱਜ ਬੜਾ ਕੁਝ ਚੱਲਦਾ ਪਿਆ ਜਾਤ ਪਾਤ ਦੇ ਨਾਮ ਦੇ ਉੱਤੇ। ਅਸੀਂ ਆਪਣੇ ਸ਼ਹੀਦਾਂ ਨੂੰ ਆਪ ਦੀਆਂ ਜਾਤਾਂ ਖੁਦ ਦੀਆਂ ਨਹੀਂ ਮਿਟਾਈਆਂ, ਅਸੀਂ ਆਪਣੇ ਸ਼ਹੀਦਾਂ ਨੂੰ ਵੀ ਜਾਤਾਂ ਪਾਤਾਂ ਦੇ ਨਾਮ 'ਤੇ ਵੰਡ ਦਿੱਤਾ। ਰੰਗਰੇਟੇ ਦਾ ਅਰਥ ਰੰਗੜ ਕਾ ਬੇਟਾ ਬਣਦਾ ਹੈ। ਪਾਤਸ਼ਾਹ ਨੇ ਕਿਹਾ ਦੁਨੀਆ ਦੇ ਲੋਕ ਤੈਨੂੰ ਰੰਗਰੇਟਾ ਕਹਿੰਦੇ ਨੇ, ਪਰ ਅੱਡ ਤੋਂ ਬਾੜ ਤੂੰ ਗੁਰੂ ਕਾ ਬੇਟਾ, ਤੂੰ ਰੰਗਰੇਟਾ ਨਹੀਂ। ਰੰਗਰੇਟਾ ਤੈਨੂੰ ਦੁਨੀਆ ਕਹਿੰਦੀ ਹੈ, ਰੰਗੜ ਕਾ ਬੇਟਾ। ਅੱਡ ਤੂੰ ਗੁਰੂ ਕਾ ਬੇਟਾ ਹੈ, ਅੱਡ ਤੂੰ ਗੁਰੂ ਗੋਬਿੰਦ ਸਿੰਘ ਦਾ ਬੇਟਾ ਹੈ। ਜਿਹੜਾ ਅਸਥਾਨ ਬਾਬਾ ਅਜੀਤ ਸਿੰਘ ਦਾ ਹੈ, ਜਿਹੜਾ ਅਸਥਾਨ ਬਾਬਾ ਜੁਝਾਰ ਸਿੰਘ ਦਾ ਹੈ, ਮੈਂ ਤੈਨੂੰ ਗੁਰੂ ਕਾ ਬੇਟਾ ਕਹਿਣਾ, ਉਹੀ ਸਥਾਨ ਤੇਰਾ ਹੈ। ਗੁਰੂ ਕਾ ਬੇਟਾ ਕਹਿਤਾ ਜੀ। ਤੇ ਇਹ ਗੱਲ ਬੇਨਤੀ ਮੇਰੀ ਬੜੇ ਧਿਆਨ ਨਾਲ ਸਮਝੋ। ਭਾਈ ਜੈਤਾ ਇਸ ਕਰਕੇ ਗੁਰੂ ਕਾ ਬੇਟਾ ਨਹੀਂ ਬਣਿਆ ਵੀ ਉਹ ਨੀਵੇਂ ਜਾਤ ਵਿੱਚ ਪੈਦਾ ਹੋਇਆ, ਨਹੀਂ। ਚੇਤਾ ਕਰੋ, ਉਹਨੇ ਜਾਤ ਨੂੰ ਭੁਲਾ ਦਿੱਤਾ, ਉਹਨੇ ਗੋਤ ਨੂੰ ਭੁਲਾ ਦਿੱਤਾ, ਉਹਨੇ ਗੁਰੂ ਕੀ ਬਾਣੀ ਪੜ੍ਹੀ, ਉਹਨੇ ਸਿੱਖੀ ਨੂੰ ਕਮਾਇਆ, ਗੁਰੂ ਕੇ ਬਚਨਾਂ ਨੂੰ ਨਿਭਾਇਆ ਤੇ ਗੁਰੂ ਕਾ ਬੇਟਾ ਬਣਿਆ। ਇਸ ਕਰਕੇ ਗੁਰੂ ਕਾ ਬੇਟਾ ਬਣਨਾ। ਅਸੀਂ ਜਿਤਨੇ ਬੈਠੇ ਹਾਂ ਗੁਰਮਖੋ, ਸਾਰੇ ਗੁਰੂ ਕੇ ਬੇਟੇ ਹਾਂ, ਪਰ ਗੁਰੂ ਕਾ ਬੇਟਾ ਬਣ ਲਈ ਬਾਣੀ ਪੜ੍ਹਨੀ ਪੈਂਦੀ ਹੈ, ਸਦਕ ਕਮਾਉਣਾ ਪੈਂਦਾ ਹੈ। ਕੇਵਲ ਇੱਕ ਘਰ ਜਨਮ ਲੈਣ ਦੇ ਨਾਲ ਗੁਰੂ ਕਾ ਬੇਟਾ ਨਹੀਂ ਕੋਈ ਬਣਦਾ। ਇਸ ਕਰਕੇ ਭਾਈ ਜੈਤੇ ਨੇ ਉਹ ਫਰਜ਼ ਨਿਭਾਇਆ। ਇਸ ਕਰਕੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਆਪਾਂ ਪ੍ਰਕਾਸ਼ ਵਾਹਿਗੁਰੂ ਸ਼ਹੀਦੀ ਪੁਰਬ ਮਨਾਉਣੇ ਪਏ ਹਾਂ ਜੀ। ਇੱਕ ਸਿੱਖਿਆ ਜ਼ਰੂਰ ਲੈ ਕੇ ਜਾਈਏ ਕਿ ਅਸੀਂ ਸਾਰੇ ਗੁਰੂ ਕੇ ਬੇਟੇ ਬਣਾਂਗੇ। ਅਸੀਂ ਸਾਰੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੇ ਭਰਾ ਹੋਣ ਵਿੱਚ ਮਾਣ ਮਹਿਸੂਸ ਕਰਾਂਗੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਆਪ ਸਾਰੀਆਂ ਸੰਗਤਾਂ ਦੇ ਹਰ ਥਾਂ ਦੇ ਉੱਤੇ ਅੰਗ ਸੰਗ ਸਹਾਈ ਹੋਣ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਧੰਨਵਾਦ ਹੈ ਸਭ ਤੋਂ ਵੱਧ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦਾ, ਮੁੱਖ ਗ੍ਰੰਥੀ ਭਾਈ ਰਾਜਵੀਰ ਸਿੰਘ ਦਾ, ਮੁੱਖ ਸੇਵਾਦਾਰ ਨੇ ਸਰਦਾਰ ਜੰਗੀਰ ਸਿੰਘ ਜੀ, ਸਮੂਹ ਪ੍ਰਬੰਧਕ ਕਮੇਟੀ, ਆਪ ਸਮੂਹ ਸੰਗਤਾਂ ਦਾ। ਅਰਦਾਸ ਕਰੋ ਇਸੇ ਤਰ੍ਹਾਂ ਨਾਲ ਸਤਿਗੁਰੂ ਪਾਤਸ਼ਾਹ ਸੇਵਾ ਲੈਂਦੇ ਰਹਿਣ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।